ਹੈਲੋ ਸਟੂਡੈਂਟਸ, ਵੈਲਕਮ ਟੂ ਐਜੂਸਾਈਡ। ਦਿਸ ਇਜ਼ ਰੀਨਾ ਹੰਸਾ। ਅੱਜ ਮੈਂ ਤੁਹਾਨੂੰ 10+1 ਵੋਕੇਸ਼ਨਲ ਦੇ ਟ੍ਰੇਡ, ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਦੇ ਪਹਿਲੇ ਪੇਪਰ ਐਲੀਮੈਂਟਸ ਆਫ ਬੈਂਕਿੰਗ ਐਂਡ ਬੁੱਕ ਕੀਪਿੰਗ ਦੇ ਟੌਪਿਕ ਬੈਂਕਸ ਐਂਡ ਟਾਈਪਸ ਆਫ ਬੈਂਕ ਬਾਰੇ ਸਮਝਾਵਾਂਗੀ। ਤੁਸੀਂ ਕਿਸੇ ਕਸਬੇ ਜਾਂ ਸ਼ਹਿਰ ਵਿੱਚ ਗੁਜ਼ਰਦੇ ਹੋਏ ਇਮਾਰਤਾਂ 'ਤੇ ਲੱਗੇ ਹੋਏ ਸਾਈਨਬੋਰਡ ਜ਼ਰੂਰ ਪੜ੍ਹੇ ਹੋਣਗੇ, ਜਿਨ੍ਹਾਂ 'ਤੇ ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ, ਕੈਨਰਾ ਬੈਂਕ ਆਦਿ ਲਿਖਿਆ ਹੋਵੇ। ਇਹ ਕਿਹੜੀਆਂ ਸੰਸਥਾਵਾਂ ਹਨ? ਇਹ ਕੀ ਕੰਮ ਕਰਦੀਆਂ ਹਨ? ਤੁਸੀਂ ਇਹਨਾਂ ਬਾਰੇ ਥੋੜ੍ਹਾ ਬਹੁਤ ਜ਼ਰੂਰ ਜਾਣਦੇ ਹੋਵੋਗੇ। ਆਓ ਅੱਜ ਤੁਹਾਨੂੰ ਇੱਕ ਬੈਂਕ ਦਾ ਆਫਿਸ ਦਿਖਾਈਏ। ਜਦੋਂ ਤੁਸੀਂ ਬੈਂਕ ਵਿੱਚ ਐਂਟਰ ਹੋਵੋਗੇ, ਸਭ ਤੋਂ ਪਹਿਲਾਂ ਤੁਹਾਨੂੰ ਕਾਊਂਟਰ ਦਿਖਣਗੇ, ਜਿਨ੍ਹਾਂ ਉੱਤੇ ਬੈਂਕ ਦੇ ਕਰਮਚਾਰੀ ਗ੍ਰਾਹਕਾਂ ਨਾਲ ਡੀਲ ਕਰਦੇ ਹੋਣਗੇ। ਇੱਕ ਵੱਖਰਾ ਕਾਊਂਟਰ ਵੀ ਬਣਿਆ ਹੋਵੇਗਾ, ਜਿਸ ਉੱਪਰ ਕੈਸ਼ੀਅਰ ਲਿਖਿਆ ਹੋਵੇਗਾ। ਇਸ ਕਾਊਂਟਰ 'ਤੇ ਨਕਦੀ ਦਾ ਲੈਣ ਦੇਣ ਹੁੰਦਾ ਹੈ। ਕਈ ਬੈਂਕਾਂ ਵਿੱਚ ਨਕਦੀ ਲੈਣ ਅਤੇ ਦੇਣ ਲਈ ਵੱਖ-ਵੱਖ ਕਾਊਂਟਰ ਵੀ ਹੁੰਦੇ ਹਨ। ਇਹ ਬੈਂਕ ਤੋਂ ਬੈਂਕ ਨਿਰਭਰ ਕਰਦਾ ਹੈ। ਆਫਿਸ ਦੇ ਦੂਜੇ ਪਾਸੇ ਇੱਕ ਵੱਖਰਾ ਕੈਬਿਨ ਬਣਿਆ ਹੋਵੇਗਾ, ਜਿਸ ਵਿੱਚ ਬੈਂਕ ਮੈਨੇਜਰ ਬੈਠਦਾ ਹੈ। ਇਹ ਇੱਕ ਬੈਂਕ ਦਾ ਆਫਿਸ ਹੈ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਬੈਂਕ ਦੀ ਲੋੜ ਕਿਉਂ ਪਈ। ਤੁਸੀਂ ਜਾਣਦੇ ਹੋ ਕਿ ਲੋਕ ਪੈਸਾ ਕਿਉਂ ਕਮਾਉਂਦੇ ਹਨ? ਅਸੀਂ ਪੈਸਾ ਕਮਾਉਂਦੇ ਹਾਂ ਆਪਣੇ ਦਿਨ ਪ੍ਰਤੀ ਦਿਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਜਿਵੇਂ ਭੋਜਨ, ਕੱਪੜਾ, ਸਿਰ 'ਤੇ ਛੱਤ, ਬੱਚਿਆਂ ਦੀ ਪੜ੍ਹਾਈ। ਇਹਨਾਂ ਖਰਚਿਆਂ ਤੋਂ ਇਲਾਵਾ ਮਨੁੱਖ ਨੂੰ ਆਪਣੇ ਭਵਿੱਖ ਦੇ ਖਰਚਿਆਂ ਬਾਰੇ ਵੀ ਪੈਸਾ ਚਾਹੀਦਾ ਹੈ, ਜਿਵੇਂ ਵਿਆਹ, ਉਚੇਰੀ ਸਿੱਖਿਆ, ਮਕਾਨ ਬਣਾਉਣਾ ਹੈ, ਅਚਨਚੇਤ ਬਿਮਾਰੀ ਹੋ ਸਕਦੀ ਹੈ, ਬੁਢਾਪੇ ਲਈ ਵੀ ਪੈਸਾ ਚਾਹੀਦਾ ਹੈ। ਭਵਿੱਖ ਦੇ ਖਰਚੇ ਵੱਡੇ ਖਰਚੇ ਹੁੰਦੇ ਹਨ, ਜੋ ਕਿ ਵਰਤਮਾਨ ਆਮਦਨ ਵਿੱਚ ਕੀਤੀਆਂ ਗਈਆਂ ਬਚਤਾਂ ਨਾਲ ਨਜਿੱਠੇ ਜਾ ਸਕਦੇ ਹਨ। ਪੁਰਾਣੇ ਸਮੇਂ ਵਿੱਚ ਬਚਤਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਸੀ। ਇਸ ਨਾਲ ਜਦੋਂ ਲੋੜ ਹੋਵੇ ਪੈਸੇ ਦੀ ਲੋੜ ਪੂਰੀ ਕੀਤੀ ਜਾ ਸਕਦੀ ਸੀ। ਪਰੰਤੂ ਘਰ ਵਿੱਚ ਪੈਸਾ ਰੱਖਣਾ ਸੁਰੱਖਿਆ ਦੇ ਹਿਸਾਬ ਨਾਲ ਠੀਕ ਨਹੀਂ ਸੀ, ਕਿਉਂਕਿ ਚੋਰੀ, ਲੁੱਟ ਜਾਂ ਹੋਰ ਕਿਸੇ ਦੁਰਘਟਨਾ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਸੀ। ਔਰ ਇੱਕ ਕਾਰਨ ਹੋਰ ਸੀਗਾ ਕਿ ਜਿਹੜਾ ਪੈਸਾ ਸੀ ਉਸ ਦੇ ਵਿੱਚ ਕੋਈ ਵਾਧਾ ਵੀ ਨਹੀਂ ਹੁੰਦਾ ਸੀਗਾ। ਇਸ ਕਰਕੇ ਲੋਕਾਂ ਨੂੰ ਇੱਕ ਐਸੀ ਜਗ੍ਹਾ ਦੀ ਲੋੜ ਮਹਿਸੂਸ ਹੋਈ, ਜਿੱਥੇ ਪੈਸਾ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਲੋੜ ਪੈਣ 'ਤੇ ਮਿਲ ਜਾਵੇ। ਸੋ ਬੈਂਕ ਉਹ ਜਗ੍ਹਾ ਹੈ ਜਿੱਥੇ ਲੋਕ ਆਪਣੀ ਬਚਤਾਂ ਨੂੰ ਡਿਪੋਜ਼ਿਟ ਕਰਵਾ ਸਕਦੇ ਹਨ, ਇਸ ਭਰੋਸੇ ਨਾਲ ਕਿ ਜਦੋਂ ਲੋੜ ਹੋਵੇਗੀ ਪੈਸਾ ਮਿਲ ਜਾਵੇਗਾ। ਅਗਰ ਕੋਈ ਵਿਅਕਤੀ ਜਿਹੜਾ ਹੈ ਉਹ ਵਪਾਰ ਚਲਾਉਣਾ ਚਾਹੁੰਦਾ ਹੈ, ਕੋਈ ਵਪਾਰ ਸ਼ੁਰੂ ਕਰਨਾ ਚਾਹੁੰਦਾ ਹੈ, ਪਰ ਉਸ ਤੋਂ ਪੈਸਾ ਨਹੀਂ ਹੈ, ਅਤੇ ਇਸ ਤਰੀਕੇ ਦੇ ਵਪਾਰੀ ਦੇ ਲਈ ਵੀ ਜਿਹੜਾ ਬੈਂਕ ਹੈ ਉਹ ਰੀਜ਼ਨੇਬਲ ਰੇਟ 'ਤੇ ਜਿਹੜਾ ਕਰਜ਼ਾ ਹੈ ਉਹ ਪ੍ਰੋਵਾਈਡ ਕਰਵਾਉਂਦਾ ਹੈ। ਅਤੇ ਹੁਣ ਆਪਾਂ ਕਰਦੇ ਹਾਂ ਬੈਂਕ ਦਾ ਮੀਨਿੰਗ। ਬੈਂਕ ਇੱਕ ਅਜਿਹਾ ਅਦਾਰਾ ਹੈ ਜੋ ਜਮ੍ਹਾਂ ਰਾਸ਼ੀ ਸਵੀਕਾਰ ਕਰਦਾ ਹੈ, ਜਿਵੇਂ ਤੁਹਾਨੂੰ ਮੈਂ ਦੱਸਿਆ ਹੈ ਕਿ ਡਿਪੋਜ਼ਿਟ ਐਕਸੈਪਟ ਕਰਦੇ ਹਨ, ਜਿਸ ਨੂੰ ਮੰਗਣ 'ਤੇ ਕਢਵਾਇਆ ਜਾ ਸਕਦਾ ਹੈ। ਤੁਸੀਂ ਕਦੀ ਵੀ ਜਾ ਕੇ ਆਪਣਾ ਜਿਹੜਾ ਪੈਸਾ ਹੈ ਆਪਣੇ ਖਾਤੇ ਵਿੱਚ ਪਿਆ ਤੁਸੀਂ ਕਢਵਾ ਸਕਦੇ ਹੋ, ਚਾਹੇ ਤੁਸੀਂ ਉਹਦੇ ਲਈ ਇੱਕ ਵਿਡਰਾਲ ਫਾਰਮ ਯੂਜ਼ ਕਰੋ, ਚਾਹੇ ਚੈੱਕ ਰਾਹੀਂ, ਚਾਹੇ ਹੋਰ ਵੀ ਬਹੁਤ ਸਾਰੇ ਤਰੀਕੇ ਹੈ। ਤੁਸੀਂ ATM ਕਾਰਡ ਯੂਜ਼ ਕਰ ਸਕਦੇ ਹੋ, ਹੋਰ ਵੀ ਕਾਫੀ ਤਰੀਕੇ ਨਾਲ ਤੁਸੀਂ ਪੈਸੇ ਆਪਣੇ ਕਢਵਾ ਸਕਦੇ ਹੋ। ਇਹ ਲੋੜ ਵੇਲੇ ਫਰਮਾਂ ਅਤੇ ਗ੍ਰਾਹਕਾਂ ਨੂੰ ਕਰਜ਼ਾ ਵੀ ਦਿੰਦਾ ਹੈ, ਅਤੇ ਕਰਜ਼ ਦੇ ਲਈ ਵੀ ਲੋਕ ਇਹਦੇ ਕੋਲ ਜਾਂਦੇ ਆ ਜੇ ਉਹਨਾਂ ਨੂੰ ਕਿਸੇ ਟਾਈਮ ਪੈਸੇ ਦੀ ਲੋੜ ਪੈ ਜਾਵੇ। ਬੈਂਕਾਂ ਰਾਹੀਂ ਜੋ ਹਰ ਪ੍ਰਕਾਰ ਦੇ ਕੰਮ ਕੀਤੇ ਜਾਂਦੇ ਹਨ ਉਹ ਬੈਂਕ ਸੇਵਾਵਾਂ ਅਖਵਾਉਂਦੇ ਹਨ। ਠੀਕ ਹੈ, ਅਤੇ ਹੁਣ ਡੈਫੀਨੇਸ਼ਨ ਵਿੱਚ ਸਾਡੇ ਕੋਲ ਹੈ ਆਕਸਫੋਰਡ ਡਿਕਸ਼ਨਰੀ ਦੀ। ਇਸ ਨੇ ਬੈਂਕ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ: ਇੱਕ ਅਦਾਰਾ ਜੋ ਧਨ ਦੀ ਸਾਂਭ ਸੰਭਾਲ ਕਰਦਾ ਹੈ, ਜੋ ਲੋਕਾਂ ਕੋਲੋਂ ਰਾਸ਼ੀ ਜਮ੍ਹਾਂ ਕਰਵਾਉਣ ਲਈ ਪ੍ਰਾਪਤ ਕਰਦਾ ਹੈ ਅਤੇ ਉਹਨਾਂ ਦੇ ਮੰਗਣ 'ਤੇ ਉਹਨਾਂ ਨੂੰ ਵਾਪਸ ਕਰ ਦਿੰਦਾ ਹੈ। ਹੁਣ ਅਸੀਂ ਅੱਗੇ ਟੌਪਿਕ ਜਿਹੜਾ ਹੈ ਹੁਣ ਅਗਲਾ ਟੌਪਿਕ ਸ਼ੁਰੂ ਕਰਦੇ ਹਾਂ, ਟਾਈਪਸ ਆਫ ਬੈਂਕਸ। ਜਿਵੇਂ ਤੁਸੀਂ ਸਲਾਈਡ ਵਿੱਚ ਦੇਖ ਰਹੇ ਹੋ ਕਿ ਬੈਂਕ ਮੇਨਲੀ 5 ਟਾਈਪਸ ਦੇ ਹੁੰਦੇ ਆ, 5 ਤਰ੍ਹਾਂ ਦੇ ਬੈਂਕਸ ਹੁੰਦੇ ਆ। ਪਹਿਲਾ ਸੈਂਟਰਲ ਬੈਂਕ, ਕਮਰਸ਼ੀਅਲ ਬੈਂਕਸ, ਡਿਵੈਲਪਮੈਂਟ ਬੈਂਕਸ, ਕੋਆਪਰੇਟਿਵ ਬੈਂਕਸ ਅਤੇ ਸਪੈਸ਼ਲਾਈਜ਼ਡ ਬੈਂਕਸ। ਅਸੀਂ ਸਾਰੇ ਬੈਂਕਾਂ ਬਾਰੇ ਇੱਕ ਇੱਕ ਕਰਕੇ ਪੜ੍ਹਾਂਗੇ। ਸਭ ਤੋਂ ਪਹਿਲਾਂ ਆਪਾਂ ਆਉਂਦੇ ਹਾਂ ਸੈਂਟਰਲ ਬੈਂਕ। ਸੈਂਟਰਲ ਬੈਂਕ ਬੇਟਾ ਭਾਰਤ ਦਾ ਜਿਹੜਾ ਸੈਂਟਰਲ ਬੈਂਕ ਹੈ ਉਹ ਹੈ RBI ਮਤਲਬ ਰਿਜ਼ਰਵ ਬੈਂਕ ਆਫ ਇੰਡੀਆ। ਇਹ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਤੁਹਾਨੂੰ ਹੀ ਨਹੀਂ ਹਰ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦਾ ਸੈਂਟਰਲ ਬੈਂਕ ਕਿਹੜਾ ਹੈ। RBI ਤਾਂ ਸਭ ਨੂੰ ਪਤਾ ਹੈ, ਅਤੇ ਇਹਦਾ ਫੁੱਲ ਫਾਰਮ ਕੀ ਹੈ? ਰਿਜ਼ਰਵ ਬੈਂਕ ਆਫ ਇੰਡੀਆ। ਇਹ ਬੈਂਕ ਜਿਹੜਾ ਹੈ ਇਹ ਦੇਸ਼ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਹ ਸਾਡੀ ਅਰਥ ਵਿਵਸਥਾ ਦਾ ਇੱਕ ਧੁਰਾ ਹੈ, ਕਿਉਂਕਿ ਅਰਥ ਵਿਵਸਥਾ ਜਿਹੜਾ ਹੈ ਉਸ 'ਤੇ ਇਹ ਨਜ਼ਰ ਰੱਖਦਾ ਹੈ ਅਤੇ ਕਾਫੀ ਮਹੱਤਵਪੂਰਨ ਉਹਦੇ ਵਿੱਚ ਰੋਲ ਵੀ ਅਦਾ ਕਰਦਾ ਹੈ।
ਇਹ ਸਾਰੇ ਬੈਂਕਾਂ ਦਾ ਜਿਹੜਾ ਮਾਰਗਦਰਸ਼ਨ ਕਰਦਾ ਹੈ। ਇਹ ਬੈਂਕਸ ਦੇ ਲਈ ਰੂਲਸ ਰੈਗੂਲੇਸ਼ਨ ਜਿਹੜਾ ਹੈ ਬਣਾਉਂਦਾ ਹੈ ਅਤੇ ਉਸ ਨੂੰ ਲਾਗੂ ਕਰਦਾ ਹੈ, ਕੰਟਰੋਲ ਰੱਖਦਾ ਹੈ ਬੈਂਕਸ 'ਤੇ। ਇਹ ਆਮ ਜਨਤਾ ਨਾਲ ਇਸ ਦੀ ਕੋਈ ਡੀਲਿੰਗ ਨਹੀਂ ਹੈ। ਲਾਈਕ ਨੋਰਮਲ ਬੈਂਕ ਜੋ ਡਿਪੋਜ਼ਿਟ ਐਕਸੈਪਟ ਕਰਦੇ ਹੈ, ਲੋਨ ਦਿੰਦੇ ਹੈ, ਇਸ ਦਾ ਇਹ ਕੰਮ ਨਹੀਂ ਹੈ। ਇਹ ਸਿਰਫ ਬੈਂਕ ਦੇ ਜਿਹੜੇ ਬੈਂਕਸ ਹੈ ਇਹ ਉਹਨਾਂ ਦੇ ਲਈ ਹੁੰਦਾ ਹੈ, ਠੀਕ ਹੈ। ਉਹ ਉਹਨਾਂ ਦੇ ਨਾਲ ਕੰਮ ਕਰਦਾ ਹੈ। ਇਹ ਉਹਨਾਂ ਦੇ ਡਿਪੋਜ਼ਿਟ ਜਿਹੜੇ ਹੈ ਅਕਾਊਂਟ ਉਹਨਾਂ ਦੀ ਸਾਂਭ ਕਰਦਾ ਹੈ, ਠੀਕ ਹੈ। ਇਸ ਨੂੰ ਬੈਂਕਰਸ ਬੈਂਕ ਵੀ ਕਿਹਾ ਜਾਂਦਾ ਹੈ। ਇਹ ਨਵੇਂ ਬੈਂਕ 'ਚ ਅਸੀਂ ਕਿਸੇ ਨੇ ਨਵਾਂ ਬੈਂਕ ਖੋਲ੍ਹਣਾ ਹੈ, ਕੋਈ ਨਵਾਂ ਬੈਂਕ ਖੁੱਲ੍ਹ ਰਿਹਾ ਹੈ ਅਤੇ ਉਸਨੂੰ ਜਿਹੜਾ ਲਾਇਸੈਂਸ ਹੈ ਉਹ RBI ਹੀ ਦਿੰਦਾ ਹੈ। ਇਹ ਕਰੰਸੀ ਨੋਟ ਵੀ ਛਾਪਦਾ ਹੈ। ਕਰੰਸੀ ਨੋਟ ਜਿਹੜਾ ਹੈ 1 ਰੁਪਏ ਨੂੰ ਛੱਡ ਕੇ ਇਹ ਸਾਰੇ ਹੀ ਕਰੰਸੀ ਨੋਟ ਜਿਹੜੇ ਹੈ ਉਹ RBI ਦੁਆਰਾ ਛਾਪੇ ਜਾਂਦੇ ਹੈ, ਠੀਕ ਹੈ। ਸੈਕਿੰਡ ਟਾਈਪ ਜਿਹੜੀ ਹੈ ਉਹ ਹੈ ਕਮਰਸ਼ੀਅਲ ਬੈਂਕਸ। ਕਮਰਸ਼ੀਅਲ ਬੈਂਕਸ ਕਿਹੜੇ ਹੁੰਦੇ ਆ? ਜਿਹੜਾ ਆਪਾਂ PNB ਵਗੈਰਾ ਦੇ ਬਾਰੇ 'ਚ ਪੜ੍ਹਿਆ, ਇਹ ਸਾਰੇ ਕਮਰਸ਼ੀਅਲ ਬੈਂਕਸ ਹੈ। ਇਹ ਬੈਂਕ ਉਹ ਹਨ ਜੋ ਡਿਪੋਜ਼ਿਟ ਪ੍ਰਾਪਤ ਕਰਦੇ ਹਨ ਅਤੇ ਥੋੜ੍ਹੇ ਅਤੇ ਲੰਬੇ ਸਮੇਂ ਦੇ ਕਰਜ਼ੇ ਦਿੰਦੇ ਹਨ। ਅਤੇ ਅੱਜ ਕੱਲ੍ਹ ਜਿਹੜੇ ਕੁਝ ਕਮਰਸ਼ੀਅਲ ਬੈਂਕ ਜਿਹੜੇ ਹੁੰਦੇ ਆ ਉਹ ਹਾਊਸਿੰਗ ਲੋਨ ਵੀ ਦਿੰਦੇ ਆ। ਹਾਊਸਿੰਗ ਲੋਨ ਮਤਲਬ ਮਕਾਨ ਬਣਾਉਣ ਲਈ ਕਰਜ਼ਾ, ਠੀਕ ਹੈ। ਅਤੇ ਕਮਰਸ਼ੀਅਲ ਬੈਂਕਸ ਜਿਹੜੇ ਹੈ ਇਹਨੂੰ ਅੱਗੇ 3 ਕੈਟਾਗਰੀਜ਼ 'ਚ ਡਿਵਾਈਡ ਕੀਤਾ ਗਿਆ ਹੈ ਕਿ ਇਹ ਪਬਲਿਕ ਸੈਕਟਰ ਬੈਂਕਸ ਵੀ ਹੁੰਦੇ ਹੈ, ਪ੍ਰਾਈਵੇਟ ਬੈਂਕਸ ਵੀ ਹੁੰਦੇ ਆ ਅਤੇ ਫੋਰਨ ਬੈਂਕਸ ਵੀ ਹੁੰਦੇ ਆ। ਇਹਨਾਂ ਸਾਰਿਆਂ ਨੂੰ ਕਮਰਸ਼ੀਅਲ ਬੈਂਕਸ ਹੀ ਕਿਹਾ ਜਾਂਦਾ ਹੈ ਅਤੇ 3 ਕੈਟਾਗਰੀਜ਼ ਆ ਗਈਆਂ ਇਹਨਾਂ ਦੀਆਂ। ਸਭ ਤੋਂ ਪਹਿਲਾਂ ਹੈ ਪਬਲਿਕ ਸੈਕਟਰ ਬੈਂਕ। ਪਬਲਿਕ ਸੈਕਟਰ ਬੈਂਕ ਨੂੰ ਆਪਾਂ ਸਰਕਾਰੀ ਬੈਂਕ ਵੀ ਕਹਿੰਦੇ ਹਾਂ। ਇਹ ਉਹ ਬੈਂਕ ਹੁੰਦੇ ਹਨ ਜਿਸ ਦੇ ਵਿੱਚ ਜ਼ਿਆਦਾਤਰ ਹਿੱਸੇਦਾਰੀ ਜਿਹੜੀ ਹੁੰਦੀ ਹੈ ਉਹ ਭਾਰਤ ਸਰਕਾਰ ਦੀ ਹੈ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਹੈ। ਇਹ ਸਾਰੇ ਬੈਂਕ ਜਿਹੜੇ ਜਿੱਦਾਂ ਆਪਾਂ ਨੋਰਮਲੀ ਤਾਂ ਹੀ ਇਹਨਾਂ ਨੂੰ ਸਰਕਾਰੀ ਬੈਂਕ ਕਹਿੰਦੇ ਹਾਂ ਕਿਉਂਕਿ ਇਹਦੇ ਵਿੱਚ ਹਿੱਸੇਦਾਰੀ ਜਿਹੜੀ ਹੈ ਸਰਕਾਰ ਦੀ ਹੈ। ਜਿਵੇਂ ਭਾਰਤੀ ਸਟੇਟ ਬੈਂਕ ਹੋ ਗਿਆ, ਪੰਜਾਬ ਨੈਸ਼ਨਲ ਬੈਂਕ ਹੋ ਗਿਆ, ਕੈਨਰਾ ਬੈਂਕ, ਬੈਂਕ ਆਫ ਇੰਡੀਆ, ਇਹ ਸਾਰੇ ਜਿਹੜੇ ਹੈ ਇਹ ਪਬਲਿਕ ਸੈਕਟਰ ਬੈਂਕ ਹੈ, ਸਰਕਾਰੀ ਬੈਂਕ ਹੈ। ਦੂਜੀ ਜਿਹੜੀ ਇਹਦੀ ਟਾਈਪ ਹੈ ਉਹ ਹੈ ਪ੍ਰਾਈਵੇਟ ਬੈਂਕਸ। ਪ੍ਰਾਈਵੇਟ ਬੈਂਕ ਜਿੱਦਾਂ ਇਹ ਉਹ ਹੁੰਦੇ ਹਨ, ਇਹ ਉਹ ਬੈਂਕ ਹੁੰਦੇ ਹਨ ਜਿਨ੍ਹਾਂ ਵਿੱਚ ਸ਼ੇਅਰ ਕੈਪੀਟਲ ਵਿੱਚ ਜ਼ਿਆਦਾਤਰ ਜਿਹੜਾ ਹਿੱਸਾ ਹੁੰਦਾ ਹੈ ਉਹ ਨਿੱਜੀ ਸੰਸਥਾ ਦਾ ਹੁੰਦਾ ਹੈ, ਠੀਕ ਹੈ। ਇਸ ਨੂੰ ਜਾਂ ਤਾਂ ਕੋਈ ਕੰਟਰੋਲ ਕਰਦਾ, ਵਿਅਕਤੀ ਕੰਟਰੋਲ ਕਰਦਾ ਜਾਂ ਕੋਈ ਪ੍ਰਾਈਵੇਟ ਸੰਸਥਾ ਕੰਟਰੋਲ ਕਰਦੀ ਹੈ ਇਸ ਨੂੰ, ਠੀਕ ਹੈ। ਜਿਵੇਂ ICICI ਤੁਸੀਂ ਨਾਮ ਸੁਣਿਆ ਹੋਏਗਾ, ICICI ਬੈਂਕ ਹੈ, ਲਾਰਡ ਕ੍ਰਿਸ਼ਨਾ ਬੈਂਕ ਲਿਮਿਟਿਡ ਹੈ, ਗਲੋਬਲ ਟਰਸਟ ਬੈਂਕ ਹੈ, ਇਵੇਂ ਜਿਹੇ ਕਈ ਪ੍ਰਾਈਵੇਟ ਬੈਂਕਸ ਨੇ। ਥਰਡ ਜਿਹੜੀ ਕੈਟੇਗਰੀ ਹੈ ਦੈਟ ਇਜ਼ ਫੋਰਨ ਬੈਂਕਸ ਜਾਂ ਇਸ ਨੂੰ ਆਪਾਂ ਵਿਦੇਸ਼ੀ ਬੈਂਕ ਕਹਿੰਦੇ ਹਾਂ। ਵਿਦੇਸ਼ੀ ਜਿਹੜੇ ਵਿਦੇਸ਼ਾਂ ਤੋਂ ਆਏ ਹਨ, ਇਹ ਉਹ ਬੈਂਕ ਹੁੰਦੇ ਹਨ ਜਿਨ੍ਹਾਂ ਦਾ ਪੰਜੀਕਰਨ, ਜਿਹਨੂੰ ਪੰਜੀਕਰਨ ਹੁੰਦਾ ਰਜਿਸਟ੍ਰੇਸ਼ਨ। ਇਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਅਤੇ ਇਹਨਾਂ ਦਾ ਜਿਹੜਾ ਹੈੱਡਕੁਆਟਰ ਹੈ ਜਾਂ ਹੈੱਡ ਆਫਿਸ ਕਹੀਏ ਉਹ ਕਿਸੇ ਹੋਰ ਦੇਸ਼ ਵਿੱਚ ਹੁੰਦਾ ਹੈ, ਲੇਕਿਨ ਇਹ ਸਾਡੇ ਦੇਸ਼ ਵਿੱਚ ਆ ਕੇ ਆਪਣੀਆਂ ਸ਼ਾਖਾਵਾਂ ਬ੍ਰਾਂਚਿਸ ਖੋਲ੍ਹ ਲੈਂਦੇ ਆ। ਅਤੇ ਕਿਉਂਕਿ ਇਹ ਜਿਹੜਾ ਬੈਂਕ ਸਾਡੇ ਦੇਸ਼ ਦਾ ਨਹੀਂ ਹੈ, ਇਹਦਾ ਹੈੱਡ ਆਫਿਸ ਜਿਹੜਾ ਹੈ ਸਾਡੇ ਦੇਸ਼ ਤੋਂ ਬਾਹਰ ਹੈ, ਇਸ ਕਰਕੇ ਅਸੀਂ ਇਹਨਾਂ ਨੂੰ ਵਿਦੇਸ਼ੀ ਬੈਂਕ ਕਹਿੰਦੇ ਹਾਂ। ਅਤੇ ਵਿਦੇਸ਼ੀ ਬੈਂਕ ਦੀ ਉਦਾਹਰਨ ਵਿੱਚ ਹੈ ਹਾਂਗਕਾਂਗ ਅਤੇ ਸ਼ੰਘਾਈ ਬੈਂਕਿੰਗ ਕਾਰਪੋਰੇਸ਼ਨ ਜਿਹਨੂੰ ਆਪਾਂ HSBC ਬੋਲਦੇ ਹਾਂ, ਸਿਟੀ ਬੈਂਕ ਹੈ, ਅਮਰੀਕਨ ਐਕਸਪ੍ਰੈਸ ਬੈਂਕ ਹੈ ਔਰ ਸਟੈਂਡਰਡ ਐਂਡ ਚਾਰਟਰਡ ਬੈਂਕ ਵੀ ਹੈ, ਠੀਕ ਹੈ। ਇਹ ਸਾਰੇ ਇਸ ਦੀ ਉਦਾਹਰਨਾਂ ਹੈ। ਥਰਡ ਜਿਹੜੀ ਟਾਈਪ ਹੈ ਬੈਂਕਸ ਦੀ ਉਹ ਹੈ ਡਿਵੈਲਪਮੈਂਟ ਬੈਂਕਸ। ਜਿਵੇਂ ਕਿ ਨਾਮ ਹੈ ਇਸਦਾ, ਇਹ ਵਿਕਾਸ ਦੇ ਲਈ ਕੰਮ ਕਰਦੇ ਹਨ। ਇਹ ਵਪਾਰਕ ਸੰਸਥਾਵਾਂ ਨੂੰ ਅਕਸਰ ਮਸ਼ੀਨਾਂ ਅਤੇ ਉਪਕਰਨ ਖਰੀਦਣ ਲਈ ਮੱਧਮ ਅਤੇ ਲੰਬੀ ਸਮਾਵਧੀ ਲਈ ਪੂੰਜੀ ਦੀ ਲੋੜ ਜਿਹੜੀ ਪੈਂਦੀ ਹੈ ਉਸ ਨੂੰ ਪੂਰਾ ਕਰਦੇ ਹਨ, ਠੀਕ ਹੈ। ਇਹਨਾਂ ਦਾ ਮੇਨ ਮਕਸਦ ਹੁੰਦਾ ਹੈ ਜਿਹੜੇ ਵਪਾਰੀ ਸੰਸਥਾਵਾਂ ਹੁੰਦੀਆਂ ਹੈ ਉਹਨਾਂ ਦੇ ਲਈ ਵਿੱਤ ਦਾ ਪ੍ਰਬੰਧ ਕਰਨਾ ਤਾਂ ਕਿ ਉਹਨਾਂ ਨੂੰ ਕਦੀ ਵਿੱਤ ਦੀ ਕਮੀ ਨਾ ਹੋਵੇ ਔਰ ਇਸ ਕਰਕੇ ਉਹਨਾਂ ਨੂੰ ਵਿੱਤ ਦੀ ਕਮੀ ਪੂਰੀ ਨਹੀਂ ਮਤਲਬ ਉਹਨਾਂ ਦੀ ਜਿਹੜੀ ਕਮੀ ਹੈ ਪੂਰੀ ਹੁੰਦੀ ਰਹੇਗੀ ਤਾਂ ਇੰਡਸਟਰੀਜ਼ ਜਿਹੜੀਆਂ ਹੈ ਉਹ ਬੈਟਰ ਵਰਕ ਕਰਨਗੀਆਂ ਤਾਂ ਇੰਪਲੋਇਮੈਂਟ ਜਨਰੇਟ ਹੋਏਗਾ ਅਤੇ ਇੰਪਲੋਇਮੈਂਟ ਵੀ ਜਨਰੇਟ ਹੋਏਗਾ, ਨਾਲ ਇਕਨੋਮੀ ਵਿੱਚ ਪੈਸਾ ਵੀ ਘੁੰਮੇਗਾ ਜਿਸ ਦੇ ਨਾਲ ਸਾਡੀ ਕੰਟਰੀ ਦੀ ਓਵਰਆਲ ਡਿਵੈਲਪਮੈਂਟ ਹੋਏਗੀ, ਠੀਕ ਹੈ। ਤਾਂ ਮੇਨ ਡਿਵੈਲਪਮੈਂਟ ਬੈਂਕਸ ਜਿਹੜੇ ਹੈ ਸਾਡੇ ਉਹ ਹੈ IFC ਸਟੈਂਡਸ ਫॉर ਇੰਡਸਟਰੀਅਲ ਫਾਈਨੈਂਸ ਕਾਰਪੋਰੇਸ਼ਨ ਆਫ ਇੰਡੀਆ ਅਤੇ SFC ਸਟੈਂਡਸ ਫॉर ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨ। ਇਹ ਦੋਨੋਂ ਜਿਹੜੇ ਹੈ ਇਹ ਡਿਵੈਲਪਮੈਂਟ ਬੈਂਕਸ ਹੈ, ਠੀਕ ਹੈ। ਫੋਰਥ ਕੈਟੇਗਰੀ ਜਿਹੜੀ ਹੈ ਉਹ ਹੈ ਕੋਆਪਰੇਟਿਵ ਬੈਂਕਸ। ਕੋਆਪਰੇਟਿਵ ਬੈਂਕਸ ਕਿਹੜੇ ਹੁੰਦੇ? ਇਹ ਬੈਂਕ ਉਹ ਵਿੱਤੀ ਸੰਸਥਾ ਹੈ ਜੋ ਆਪਣੇ ਮੈਂਬਰ ਨਾਲ ਸੰਬੰਧਿਤ ਹਨ, ਜੋ ਇੱਕ ਹੀ ਸਮੇਂ ਆਪਣੇ ਬੈਂਕ ਦੇ ਮਾਲਕ ਵੀ ਹਨ ਅਤੇ ਗ੍ਰਾਹਕ ਵੀ ਹਨ। ਅਤੇ ਇਹ ਜਿਹੜਾ ਬੈਂਕ ਹੁੰਦੇ ਹਨ ਇਹਦੇ ਵਿੱਚ ਕੀ ਹੁੰਦਾ ਹੈ, ਕੁਝ ਜਿਹੜੇ ਵਿਅਕਤੀ ਹੁੰਦੇ ਆ ਰਲ ਕੇ ਜਿਹੜਾ ਹੈ ਕਿਸੇ ਕਾਮਨ ਆਬਜੈਕਟਿਵ ਲਈ ਜਾਂ ਉਹਨਾਂ ਦੇ ਵਿੱਚ ਕੋਈ ਪ੍ਰੋਫੈਸ਼ਨਲ ਕਮਿਊਨਿਟੀ ਜਿਹੜੀ ਹੁੰਦੀ ਹੈ ਉਹ ਇੱਕ ਮਤਲਬ ਉਹਨਾਂ ਦੇ ਵਿੱਚ ਪ੍ਰੋਫੈਸ਼ਨਲ ਕਮਿਊਨਿਟੀ ਦਾ ਪ੍ਰੋਫੈਸ਼ਨਲ ਕਮਿਊਨਿਟੀ ਨਾਲ ਸੰਬੰਧ ਰੱਖਦੇ ਹਨ। ਇਸ ਕਰਕੇ ਉਹਨਾਂ ਦਾ ਕੋਈ ਸਾਂਝਾ ਟੀਚਾ ਹੈ, ਕੋਈ ਸਾਂਝਾ ਆਬਜੈਕਟਿਵ ਹੈ, ਉਸ ਦੇ ਲਈ ਉਹ ਰਲ ਕੇ ਜਿਹੜਾ ਬੈਂਕ ਖੋਲ੍ਹਦੇ ਹਨ, ਠੀਕ ਹੈ। ਇਸ ਦੇ 3 ਲੈਵਲਸ ਨੇ, ਆਪਾਂ ਇਹਨੂੰ 3 ਲੈਵਲਸ ਡਿਵਾਈਡ ਕਰਦੇ ਹਨ। ਪਹਿਲਾ ਜਿਹੜਾ ਹੈ ਉਹ ਹੈ ਪਿੰਡ ਜਾਂ ਕਸਬੇ ਦੇ ਲੈਵਲ 'ਤੇ
ਯਾਨੀ ਜਿਹੜੇ ਪਿੰਡ ਜਾਂ ਕਸਬੇ ਦੇ ਲੈਵਲ 'ਤੇ ਜਿਹੜੇ ਕੋਆਪਰੇਟਿਵ ਬੈਂਕਸ ਹੁੰਦੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਪ੍ਰਾਇਮਰੀ ਕ੍ਰੈਡਿਟ ਸੁਸਾਇਟੀਜ਼। ਠੀਕ ਹੈ। ਜਿਹੜੇ ਕੋਆਪਰੇਟਿਵ ਬੈਂਕਸ ਜਿਹੜੇ ਹੈ ਉਹ ਡਿਸਟ੍ਰਿਕਟ ਲੈਵਲ 'ਤੇ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸੈਂਟਰਲ ਕੋਆਪਰੇਟਿਵ ਬੈਂਕਸ। ਅਤੇ ਜਿਹੜੇ ਜਦ ਸਟੇਟ ਲੈਵਲ 'ਤੇ ਕੰਮ ਕਰਨ ਵਾਲੇ ਜਿਹੜੇ ਬੈਂਕਸ ਹੁੰਦੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸਟੇਟ ਕੋਆਪਰੇਟਿਵ ਬੈਂਕਸ। ਲਾਸਟ ਜਿਹੜੀ ਟਾਈਪ ਹੈ ਦੈਟ ਇਜ਼ ਸਪੈਸ਼ਲਾਈਜ਼ਡ ਬੈਂਕਸ। ਇਹ ਉਹ ਬੈਂਕ ਹੁੰਦੇ ਹਨ ਜੋ ਕਿਸੇ ਖਾਸ ਖੇਤਰ ਲਈ ਕੰਮ ਕਰਦੇ ਹਨ। ਖਾਸ ਖੇਤਰ ਲਈ ਇਹ ਬਣੇ ਹੁੰਦੇ ਹਨ, ਜਿਵੇਂ ਐਗਜ਼ਿਮ ਬੈਂਕ ਹੈ। ਐਗਜ਼ਿਮ ਬੈਂਕ ਦਾ ਖਾਸ ਖੇਤਰ ਹੈ ਐਕਸਪੋਰਟ ਅਤੇ ਇੰਪੋਰਟ ਨੂੰ ਟੈਕਲ ਕਰਨਾ। ਠੀਕ ਹੈ। ਉਹਦੇ ਲਈ ਵਿੱਤੀ ਲੋੜਾਂ ਜਾਂ ਉਹਨਾਂ ਨੂੰ ਉਸ ਦੇ ਨਾਲ ਸੰਬੰਧ ਰੱਖਦਾ ਹੈ। ਠੀਕ ਹੈ। ਦੂਸਰਾ ਹੈ ਸਿਡਬੀ। ਹੁਣ ਸਿਡਬੀ ਜਿਹੜਾ ਹੈ SIDBI ਨੂੰ ਸਿਡਬੀ ਬੋਲਦੇ ਆ। ਇਹ ਸਮਾਲ ਸਕੇਲ ਜਿਹੜੀ ਇੰਡਸਟਰੀਜ਼ ਹੈ ਇਹ ਉਹਨਾਂ ਦੀ ਵਿੱਤੀ ਲੋੜਾਂ ਨੂੰ ਪੂਰਾ ਕਰਦਾ, ਉਹਨਾਂ ਨੂੰ ਡਿਵੈਲਪ ਕਰਦਾ ਹੈ। ਅਤੇ ਨਬਾਰਡ ਜਿਹੜਾ ਹੁੰਦਾ ਹੈ, ਨਬਾਰਡ ਉਹ ਬੈਂਕਸ ਹੁੰਦੇ ਹਨ ਜਿਹੜੇ ਐਗਰੀਕਲਚਰ ਜਿਹੜੇ ਹੈ ਉਸਨੂੰ ਡਿਵੈਲਪ ਕਰਨ ਲਈ ਜਾਂ ਰੂਰਲ ਏਰੀਆਜ਼ ਨੂੰ ਡਿਵੈਲਪ ਕਰਨ ਲਈ ਕੰਮ ਕਰਦੇ ਹਨ। ਅਤੇ ਇਸ ਕਰਕੇ ਇਹਨਾਂ ਦੇ ਖਾਸ ਖੇਤਰ ਹੈ, ਇਸ ਕਰਕੇ ਇਹ ਸਪੈਸ਼ਲਾਈਜ਼ਡ ਬੈਂਕਸ ਹੈ। ਠੀਕ ਹੈ। ਅਤੇ ਹੋਪ ਬੇਟਾ ਤੁਹਾਨੂੰ ਬੈਂਕ ਬਾਰੇ ਅੱਜ ਦਾ ਲੈਸਨ ਜ਼ਰੂਰ ਸਮਝ ਆਇਆ ਹੋਵੇਗਾ। ਅਤੇ ਘਰ ਰਹੋ, ਸੁਰੱਖਿਅਤ ਰਹੋ। ਥੈਂਕ ਯੂ ਸੋ ਮਚ।